ਸਤਿ ਸ਼੍ਰੀ ਅਕਾਲ ਬੇਟਾ। ਅੱਜ ਸਸਟੇਨੇਬਲ ਇਕਨੋਮਿਕ ਡਿਵੈਲਪਮੈਂਟ ਭਾਗ ਦੂਜਾ ਯਾਨੀ ਧਾਰਨੀ ਵਿਕਾਸ ਦਾ ਭਾਗ ਦੂਜਾ ਲੈ ਕੇ ਆਪ ਦੇ ਸਾਹਮਣੇ ਆਏ ਹਾਂ। ਧਾਰਨੀ ਵਿਕਾਸ ਕੀ ਹੁੰਦਾ ਹੈ, ਧਾਰਨੀ ਵਿਕਾਸ ਦੀ ਕਿਉਂ ਜ਼ਰੂਰਤ ਹੈ, ਕੀ ਉਹਦੇ ਧਾਰਨੀ ਵਿਕਾਸ ਨਾ ਹੋਣ ਦੇ ਸਾਡੇ ਸਮਾਜ ਤੇ ਜਾਂ ਸਾਡੇ এনवायरमेंट ਤੇ ਕੀ ਅਸਰ ਪੈਂਦਾ ਹੈ, ਇਸ ਦਾ ਜ਼ਿਕਰ ਅਸੀਂ ਭਾਗ ਪਹਿਲੇ 'ਚ ਕੀਤਾ ਹੈ। ਉਹਦਾ ਥੋੜਾ ਜਿਹਾ ਰੀਕੈਪ ਕਰਦੇ ਹਾਂ ਔਰ ਦੇਖਦੇ ਹਾਂ ਕਿ ਧਾਰਨੀ ਵਿਕਾਸ ਬਾਰੇ ਅਸੀਂ ਕੀ ਅੱਗੇ ਜਾਣਦੇ ਹਾਂ। ਮੀਨਿੰਗ ਆਫ ਸਸਟੇਨੇਬਲ ਡਿਵੈਲਪਮੈਂਟ। ਧਾਰਨੀ ਵਿਕਾਸ ਆਰਥਿਕ ਵਿਕਾਸ ਦੀ ਉਹ ਪ੍ਰਕਿਰਿਆ ਹੈ ਜਿਸ ਦਾ ਉਦੇਸ਼ ਪ੍ਰਾਕਿਰਤਿਕ ਸਾਧਨਾ ਅਤੇ ਵਾਤਾਵਰਣ ਨੂੰ ਬਿਨਾਂ ਹਾਨੀ ਪਹੁੰਚਾਏ ਵਰਤਮਾਨ ਅਤੇ ਦੇਸ਼ ਦੀਆਂ ਪੀੜ੍ਹੀਆਂ, ਆਉਣ ਵਾਲੀ ਪੀੜ੍ਹੀਆਂ ਦੋਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਣਾਈ ਰੱਖਣਾ। ਇਹ ਗੱਲ ਪਹਿਲੇ ਵੀ ਕਲੀਅਰ ਕੀਤੀ ਸੀ। ਧਾਰਨੀ ਵਿਕਾਸ ਯਾਨੀ ਉਹ ਵਿਕਾਸ ਜਿਸ ਦਾ ਫਾਇਦਾ ਅੱਜ ਵਾਲੀ ਪੀੜ੍ਹੀ ਨੂੰ ਤਾਂ ਹੋਵੇ ਹੀ ਹੋਵੇ, ਲੇਕਿਨ ਭਵਿੱਖ 'ਚ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਵੀ ਉਸ ਤੋਂ ਫਾਇਦਾ ਉਠਾ ਸਕੇ। ਰਾਬਰਟ ਰੋਪਿਟੋ ਦੇ ਅਨੁਸਾਰ ਧਾਰਨੀ ਵਿਕਾਸ ਦਾ ਅਰਥ ਵਿਕਾਸ ਦੀ ਉਸ ਰਣਨੀਤੀ ਤੋਂ ਹੈ ਜੋ ਸਭ ਪ੍ਰਾਕਿਰਤਿਕ, ਮਨੁੱਖੀ, ਵਿੱਤੀ ਅਤੇ ਭੌਤਿਕ ਸਾਧਨਾ ਦਾ ਸੰਪਤੀ ਅਤੇ ਆਰਥਿਕ ਕਲਿਆਣ ਵਿੱਚ ਦੀਰਘਕਾਲੀਨ ਵਾਧਾ ਕਰਨ ਲਈ ਪ੍ਰਬੰਧ ਕਰਦੀ ਹੈ। ਅਰਥਾਤ ਸਸਟੇਨੇਬਲ ਡਿਵੈਲਪਮੈਂਟ ਸਟ੍ਰੈਟਜੀ ਉਸ ਤਰੀਕੇ ਦੀ ਡਿਵੈਲਪਮੈਂਟ ਸਟ੍ਰੈਟਜੀ ਹੈ that manages all natural resources, ਜੋ ਜਿੰਨੇ ਵੀ ਪ੍ਰਾਕਿਰਤਿਕ ਸਾਧਨ ਨੇ ਜਾਂ ਹਿਊਮਨ ਰਿਸੋਰਸਿਸ ਨੇ ਜਾਂ ਫਾਈਨੈਂਸ਼ੀਅਲ ਅਤੇ ਫਿਜ਼ੀਕਲ ਐਸੈਟਸ ਨੇ, ਜਿਨ੍ਹਾਂ ਦਾ ਲੰਬੇ ਤੌਰ ਤੇ ਲੌਂਗ ਟਰਮ ਵੈਲਥ ਐਂਡ ਵੈਲ ਬੀਇੰਗ ਲਈ ਪ੍ਰਯੋਗ ਕੀਤਾ ਜਾਣਾ। ਰਾਬਰਟ ਸੈਲੇ ਦੇ ਸ਼ਬਦਾਂ ਦੇ ਵਿੱਚ ਧਾਰਨੀਤਾ ਤੋਂ ਭਾਵ ਇਹ ਸੁਨਿਸ਼ਚਿਤ ਕਰਨ ਨਾਲ ਹੈ ਕਿ ਵਰਤਮਾਨ ਪੀੜ੍ਹੀ ਦੀ ਤਰ੍ਹਾਂ ਭਵਿੱਖ ਦੀ ਪੀੜ੍ਹੀ ਵੀ ਸੰਪੰਨ ਹੋਵੇ ਅਤੇ ਸੰਪੰਨਤਾ ਸਮੇਂ ਦੇ ਨਾਲ ਜਾਰੀ ਰਹੇ। ਅਰਥਾਤ ਕਿ ਜੋ ਅੱਜ ਸੰਪੰਨਤਾ ਵਰਤਮਾਨ ਪੀੜ੍ਹੀ ਨੂੰ ਮਿਲ ਰਹੀ ਹੈ, ਜੋ ਰਿਸੋਰਸਿਸ ਅੱਜ ਵਰਤਮਾਨ ਪੀੜ੍ਹੀ ਕੋ ਅਵੇਲੇਬਲ ਹਨ, ਉਹ ਰਿਸੋਰਸਿਸ ਜਿਹੜੇ ਨੇ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਕੋਲ ਵੀ ਹੋਣ, ਯਾਨੀ ਭਵਿੱਖ ਦੀ ਪੀੜ੍ਹੀ ਵੀ ਉਹਨਾਂ ਰਿਸੋਰਸਿਸ ਨੂੰ ਮਾਣ ਸਕੇ। ਇਹੀ ਧਾਰਨੀਤਾ ਹੈ, ਇਹੀ ਸਸਟੇਨੇਬਿਲਿਟੀ ਹੈ। ਯਾਨੀ ਕਿ ਆਉਣ ਵਾਲੀ ਜਨਰੇਸ਼ਨ ਜਿਹੜੀਆਂ ਨੇ ਉਹ ਫੈਸਿਲਿਟੀਜ਼ ਨੂੰ, ਉਹ ਚੰਗੇ এনवायरमेंट ਨੂੰ, ਉਹ ਸਾਰੇ ਨੈਚੁਰਲ ਰਿਸੋਰਸਿਸ ਦਾ ਆਨੰਦ ਮਾਣ ਸਕਣ। ਇਸ ਤਰੀਕੇ ਨਾਲ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਹੀ ਅਸੀਂ ਸਸਟੇਨੇਬਿਲਿਟੀ ਕਹਿੰਦੇ ਹਾਂ, ਸਸਟੇਨੇਬਲ ਗਰੋਥ ਕਹਿੰਦੇ ਹਾਂ। ਵਿਸ਼ਵ ਬੈਂਕ ਦੀ ਰਿਪੋਰਟ 2005 ਦੇ ਅਨੁਸਾਰ ਧਾਰਨੀ ਵਿਕਾਸ ਤੋਂ ਭਾਵ ਵਿਕਾਸ ਦੀ ਉਸ ਪ੍ਰਕਿਰਿਆ ਤੋਂ ਹੈ ਜੋ ਭਵਿੱਖ ਦੀ ਪੀੜ੍ਹੀ ਦੀਆਂ ਲੋੜਾਂ ਨੂੰ ਪੂਰੀ ਕਰਨ ਦੀ ਯੋਗਤਾ ਨੂੰ ਬਿਨਾਂ ਹਾਨੀ ਪਹੁੰਚਾਏ ਵਰਤਮਾਨ ਪੀੜ੍ਹੀ ਦੀ ਲੋੜਾਂ ਨੂੰ ਪੂਰਾ ਕਰਦੀ ਹੈ। ਅਰਥਾਤ ਕਿ ਅੱਜ ਦੀ ਪੀੜ੍ਹੀ ਦੀ ਜ਼ਰੂਰਤਾਂ ਨੂੰ ਤਾਂ ਪੂਰਾ ਕਰਨਾ ਹੀ ਹੈ, ਲੇਕਿਨ ਇਸ ਦੇ ਨਾਲ ਇਸ ਤਰੀਕੇ ਉਹਨਾਂ ਚੀਜ਼ਾਂ ਨੂੰ ਪੂਰਾ ਕਰਨਾ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ, ਆਉਣ ਵਾਲੇ ਭਵਿੱਖ ਦੀ ਪੀੜ੍ਹੀ ਹੈ, ਉਸ ਦੀ ਜ਼ਰੂਰਤਾਂ ਵੀ ਪੂਰੀਆਂ ਹੋ ਸਕਣ ਔਰ এনवायरमेंट ਨੂੰ ਬਿਨਾਂ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਏ ਹੋਏ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਸਾਡੇ ਵਾਤਾਵਰਣ ਦੀਆਂ ਮੂਲ ਸਮੱਸਿਆਵਾਂ ਕੀ ਹਨ। ਵਟ ਆਰ ਦ ਬੇਸਿਕ ਪ੍ਰੋਬਲਮਸ ਆਫ ਰਿਲੇਟਡ ਟੂ ਦ এনवायरमेंट। तो सब तो पहली समस्या तो है प्रदूषण की समस्या, प्रॉब्लम ऑफ पोल्यूशन। दूसरी समस्या है साडे कोल प्राकृतिक साधना के वधेरे शोषण की समस्या या प्राकृतिक साधना का निकाल। देखो पोल्यूशन की समस्या तुसीं सारे पोल्यूशन तो जानते हो। पोल्यूशन भावे किसी तरह का भी है, भावें एयर पोल्यूशन है, भावें वॉइस पोल्यूशन है, भावें एनवायरमेंटल पोल्यूशन है, भावें वाटर पोल्यूशन है। ये सारा पोल्यूशन किसी ना किसी तरह के ਧਾਰਨੀ ਵਿਕਾਸ ਤੇ ਅਸਰ ਪਾਉਂਦਾ ਹੈ। ਔਰ ਦੂਸਰਾ ਪ੍ਰਾਕਿਰਤਿਕ ਸਾਧਨਾਂ ਦੇ ਵਧੇਰੇ ਸ਼ੋਸ਼ਣ। ਜੋ ਜਿੰਨੀ ਜ਼ਿਆਦਾ ਪਾਪੂਲੇਸ਼ਨ ਸਾਡੇ ਧਰਤੀ ਤੇ ਵਧੀ ਹੈ, ਉਹਦੇ ਨਾਲ ਜੋ ਸਾਧਨ ਨੇ, ਪ੍ਰਾਕਿਰਤਿਕ ਸਾਧਨ ਨੇ, ਉਹਨਾਂ ਦਾ ਵੀ ਓਵਰ ਯੂਟਿਲਾਈਜੇਸ਼ਨ ਕੀਤੀ ਜਾ ਰਹੀ ਹੈ, ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੋ ਇੱਕ ਬੜੀ ਵੱਡੀ ਸਮੱਸਿਆ ਹੈ। ਉਹਨਾਂ ਨੂੰ ਇਸ ਪੱਧਰ ਤੱਕ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਤੇ ਕੋਈ ਸਾਧਨ ਸਾਡੇ ਕੋਲ ਮੌਜੂਦ ਹੀ ਨਹੀਂ ਰਹਿਣਗੇ। ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪਾਣੀ ਦੀ ਇੰਨੀ ਦੁਰਵਰਤੋਂ ਕੀਤੀ ਜਾ ਰਹੀ ਹੈ ਕਿ ਧਰਤੀ ਦੇ ਹੇਠਲੇ ਪਾਣੀ ਦਾ ਸਤਰ ਜਿਹੜਾ ਹੈ ਉਹ ਬਹੁਤ ਘਟ ਗਿਆ ਹੈ। ਅਰਥਾਤ ਉਹਦਾ ਲੈਵਲ ਬਹੁਤ ਜ਼ਿਆਦਾ ਡਾਊਨ ਹੋ ਗਿਆ ਹੈ। ਕਈ ਦੇਸ਼ ਤਾਂ ਅਜਿਹੇ ਹਨ ਜਿਨ੍ਹਾਂ ਦੇ ਧਰਤੀ ਹੇਠਲਾ ਪਾਣੀ ਹੀ ਮੁੱਕ ਗਿਆ।
और एनवायरमेंटल पोल्यूशन की गल करिए, ग्लोबल वार्मिंग की गल करिए, ये सारी वातावरण दी मुख्य समस्यावां ने। मुख्य रूप च असीं इन्हां दो रूप च वंडदे हां। पहली प्रदूषण की समस्या है और दूसरी है प्राकृतिक साधनां दे वधेरे शोषण की साधनां दा विकास। पहली गल करिए प्रदूषण की समस्या, तो प्रदूषण की समस्या का संबंध उद्योग, खेती, परिवारां, वाहन आदि की उन्हां क्रियावां नाल हुंदा है जो हवा, पानी अते वातावरण नूं प्रदूषित करदियां हन। विकास की प्रक्रिया की प्रदूषण एक उभरदी हुई चुनौती है। इसका संबंध ज्यादातर उद्योगीकरण नाल है। इसके तीन रूप हैं। देखो पहले भी जिवें जिक्र किया, ज्यों-ज्यों विकास किया जा रहा है त्यों-त्यों प्रदूषण की समस्यावां साडे सामने आंदियां जा रहीआं हन। और प्रदूषण दे विच हर एक शख्स जिम्मेवार है। कली जे असीं कहिए उद्योग जिम्मेवार हाँ तां नहीं, कले परिवार जिम्मेवार है नहीं, कले खेती जिम्मेवार है नहीं। हर एक मनुख दा उन्ना ही योगदान प्रदूषण दे विच पै रिहा है जिस नाल कि साडा आला दुआला खराब हो रहा है, साडा एनवायरनमेंट जिहड़ा है वो प्रदूषित हो रहा है। प्रदूषण नूं आपां मुख रूप च तीन रूपां च वंड लैंदे हां: हवा प्रदूषण, जल प्रदूषण अते शोर प्रदूषण। बड़ा क्लियर है जे ना, तो हवा प्रदूषण यानी एयर पोल्यूशन, जल प्रदूषण और शोर प्रदूषण। अगे गल करिए एयर पोल्यूशन की। देखो हवा विच जो ऑक्सीजन होंदी है वो जीवन का एक लोड़ींदा तत्त है। ऑक्सीजन मनुख नूं जीण लई बहुत जरूरी है। मनुखी जीवन लई ऑक्सीजन तो बगैर जिया नहीं जा सकता। यह जीवन का एक लोड़ींदा तत्त है। हवा दे प्रदूषण का अर्थ है जीवन के लोड़ींदे तत्तां दा हवा विच प्रदूषण। इसके सिट्टे वजों जीवन प्रभावित होंदा है। हवा प्रदूषण नाल खून का वधेरा दबाव, दमा, साह अते दिल आदि बीमारियां पैदा होंदियां हन, जिन्हां विच कुछ बहुत ही घातक हन। हवा विच दूषित तत्तां की होंद के कारण ही प्रदूषित होंदी है और ये दूषित तत्त कुछ जहरीली गैसां के कारण हो सकते हैं। हवा प्रदूषण विच हेठ लिखे घटक तत्त शामिल होंदे हैं। देखो हवा दे जदों पोल्यूशन किवें हो रहा है, गड्डियां, मोटरसाइकिलां, कारां, ट्रकां दा जिहड़ा धुआं है वो हवा नूं प्रदूषित करदा है। फैक्ट्रियां चों निकलिया होया धुआं जिहड़ा है वो हवा नूं प्रदूषित करदा है। उद्योगों द्वारा छड्डिया गया धुआं, खास करके उन्हां उद्योगों द्वारा कोयले का प्रयोग करते हैं, उन्हां दा जिहड़ा पोल्यूशन है वो हवा नूं खराब करता है, कार्बन डाइऑक्साइड की मात्रा वधाउंदा है। उही कार्बन डाइऑक्साइड जदों असीं साह लैंदे हां साडे नाल अंदर जांदी है और सानूं साह दी बीमारियां, दमा, आयरा वगैरह काफी बीमारियां होंदियां। रसायनां दा प्रतिपादन की प्रक्रिया विच उद्योग, खास करके प्लास्टिक, चमड़ा उद्योग तो जहरीलियां गैसां तां निकलदियां हन। वो जहरीली गैसां भी हवा नूं प्रदूषित करदियां हन। मोटर वाहन तो धुआं गैसां दा बाहर निकलना जो कि अजिहे वाहन की संख्या विच लगातार वाधे दे नाल-नाल भयानक रूप धारण करता जा रहा है। खास करके दिल्ली, मुंबई, कलकत्ता, चेन्नई वर्गे मैट्रो शहरां दे विच जिहा तेजी नाल वध रहा है। ਤੁਸੀਂ ਪਿਛਲੇ ਦਿਨਾਂ ਖਬਰਾਂ 'ਚ ਦੇਖ ਹੀ ਰਹੇ ਹੋ ਕਿ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਪ੍ਰਦੂਸ਼ਣ ਦੀ ਰਾਜਧਾਨੀ ਬਣਦੀ ਜਾ ਰਹੀ ਹੈ, ਜੇ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਹੈ। ਇੱਥੇ ਤਰੀਕਾ ਮੁੰਬਈ ਹੋਏ, ਚੇਨਈ ਹੋਵੇ ਜਾਂ ਕਈ ਹੋਰ ਜ਼ਿਲ੍ਹੇ ਸਾਡੇ ਦੇਸ਼ ਦੇ ਹਨ ਜਿਹੜੇ ਕਿ ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਦਾ, ਉਹਨਾਂ ਦੀ ਹਵਾ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੈ ਕਿ ਉੱਥੇ ਤਾਂ ਸਾਹ ਲੈਣਾ ਵੀ ਬਿਮਾਰੀ ਨੂੰ ਸੱਦਾ ਦੇਣ ਦੇ ਬਰਾਬਰ ਹੈ। आगे गल करते हैं वाटर पोल्यूशन यानी कि जल प्रदूषण। हवा की तरह पानी भी जीवन का एक महत्वपूर्ण तत्व है। इसका प्रदूषण भी उसी तरह ही घातक है। भारत विच कई राज्यों विच पानी दे अकाल वर्गी स्थिति हो गई है। जिवें तुहानूं पहले गल कीता कि साडे धरती हेठला पानी जिहड़ा है उहदा स्तर बहुत नीवा जांदा जा रहा है। साडे देश 'च कई अजिहे राज हन, चाहे वो चेन्नई की गल करिए या राजस्थान की गल करिए या इवन पंजाब की गल करिए जिथे कि बहुत सारी अज फसल हो रही है। आने वाले समय दे विच अजिहा समा आ रहा है कि साडी धरती हेठला पानी लगभग खत्म होने के बराबर पहुंच गया है। परंतु वधेरी दुखदाई समस्या यह है कि जो पानी मिल रहा है वो भी बहुत ज्यादा प्रदूषित अते संदूषित कंटैमिनेटेड है, जिहदे करके बहुत किस्म दी बीमारियां हो रही हैं। ਅੱਜ ਪਹਿਲੇ ਅਸੀਂ 10 ਜਾਂ 20 ਜਾਂ 30 ਫੁੱਟ ਦੇ ਤੋਂ ਪਾਣੀ ਪ੍ਰਾਪਤ ਕਰ ਲੈਂਦੇ ਸਾਂ, ਉਹ ਹੌਲੀ ਹੌਲੀ ਸਤਰ ਜਾਂਦਾ ਜਾਂਦਾ 100 ਸਵਾ 100 ਫੁੱਟ ਤੇ ਹੋਇਆ। ਅੱਜ ਦੀ ਡੇਟ ਦੇ ਵਿੱਚ 100 ਸਵਾ 100 ਫੁੱਟ ਡੂੰਘੇ ਤੇ ਜਿਹੜਾ ਪਾਣੀ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਔਰ ਜਿਹਦੇ ਕਰਕੇ ਬਿਮਾਰੀਆਂ
ਹੋ ਰਹੀਆਂ। ਭਾਰਤ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਹੇਠ ਲਿਖੇ ਹਨ। ਘਰੇਲੂ ਨਾਲੀਆਂ, ਸੀਵਰੇਜ ਆਦਿ ਨਦੀਆਂ ਅਤੇ ਨਾਲੀਆਂ ਵਿੱਚ ਮਿਲ ਜਾਣਾ। ਦੇਖੋ ਗੰਗਾ ਕਿੰਨੀ ਜ਼ਿਆਦਾ ਗੰਦੀ ਹੈ, ਯਮੁਨਾ ਗੰਦੀ ਹੈ, ਹੋਰ ਨਦੀਆਂ ਦੇ ਵੀ ਜਿਹੜਾ ਉਹਨਾਂ ਨਾਲੀਆਂ, ਸੀਵਰੇਜ ਆਦਿ ਤੇ ਪਾਣੀ ਦਾ ਮਿਲਦਾ ਜਾ ਰਿਹਾ ਹੈ, ਜਿਸ ਕਰਕੇ ਜਲ ਪ੍ਰਦੂਸ਼ਿਤ ਹੋ ਰਿਹਾ ਹੈ। ਉਦਯੋਗ ਵਿਸ਼ੇਸ਼ ਕਰਕੇ ਉਹਨਾਂ ਉਦਯੋਗ ਜੋ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਦੇ ਹਨ, ਉਹਨਾਂ ਦੁਆਰਾ ਨਦੀਆਂ ਨਾਲਿਆਂ ਵਿੱਚ ਛੱਡੇ ਗਏ ਖਤਰਨਾਕ ਰਸਾਇਣ ਆਦਿ ਵੀ ਉਸ ਜਲ ਨੂੰ ਪ੍ਰਦੂਸ਼ਿਤ ਕਰਦੇ ਹਨ। ਖੇਤੀ ਵਿੱਚ ਛਿੜਕਿਆ ਕੀੜੇ ਮਾਰ ਦਵਾਈਆਂ ਜੋ ਮਿੱਟੀ ਨਾਲ ਨਦੀਆਂ ਨਾਲੀਆਂ 'ਚ ਮਿਲ ਜਾਂਦੀਆਂ ਹਨ, ਉਸ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ। ਤਾਪ ਬਿਜਲੀ ਘਰਾਂ ਦੁਆਰਾ ਛੱਡੀ ਗਈ ਰਾਖ ਪਾਣੀ 'ਚ ਮਿਲ ਜਾਂਦੀ ਹੈ, ਜੋ ਕਿ ਪਾਣੀ ਨੂੰ ਪ੍ਰਦੂਸ਼ਣ ਕਰਨ ਦਾ ਇੱਕ ਵੱਡਾ ਕਾਰਨ ਵੀ ਬਣਦੀ ਹੈ। ਅੱਗੇ ਗੱਲ ਕਰਦੇ ਹਾਂ ਆਪਾਂ ਨੋਇਸ ਪੋਲੂਸ਼ਨ ਯਾਨੀ ਸ਼ੋਰ ਪ੍ਰਦੂਸ਼ਣ। ਹੁਣ ਸ਼ੋਰ ਪ੍ਰਦੂਸ਼ਣ ਕਿਵੇਂ ਹੁੰਦਾ ਹੈ? ਯੰਤਰੀਕਰਨ ਦੇ ਕਾਰਜ ਕੁਸ਼ਲਤਾ ਵਿੱਚ ਵਾਧਾ ਕੀਤਾ ਹੈ, ਪਰੰਤੂ ਇਸ ਦੇ ਨਾਲ ਹੀ ਵੱਧ ਰਿਹਾ ਸ਼ੋਰ, ਸ਼ਰਾਬਾ ਭਾਵ ਸ਼ੋਰ ਪ੍ਰਦੂਸ਼ਣ, ਇੰਜਨ, ਮਸ਼ੀਨਾਂ, ਅਨੇਕਾਂ ਵਾਹਨ, ਉਹਨਾਂ ਦੇ ਹਾਰਨ ਵੀ ਸ਼ੋਰ ਪ੍ਰਦੂਸ਼ਣ ਕਰਦੇ ਹਨ ਅਤੇ ਵੱਧ ਸ਼ੋਰ ਨਾਲ ਚਿੜਚਿੜਾਹਟ ਪੈਦਾ ਹੁੰਦੀ ਹੈ ਅਤੇ ਵਿਅਰਥ ਸਰੀਰਕ ਅਤੇ ਮਾਨਸਿਕ ਥਕਾਨ ਪੈਦਾ ਹੁੰਦੀ ਹੈ। ਅੱਜ ਜੇ ਤੁਹਾਨੂੰ ਕਿਸੇ ਨੂੰ ਕਿਸੇ ਮੈਟਰੋ ਸਿਟੀ, ਦਿੱਲੀ ਵਰਗੇ ਮੈਟਰੋ ਸਿਟੀ ਦੇ ਵਿੱਚ ਜਾਂ ਲੁਧਿਆਣਾ ਜਾਂ ਬੰਬਈ ਜਾਂ ਚੇਨਈ ਵਰਗੇ ਜਾਣ ਦਾ ਮੌਕਾ ਮਿਲਦਾ ਹੈ, ਤਾਂ ਤੁਸੀਂ ਦੇਖੋਗੇ ਕਿ ਸੜਕਾਂ ਤੇ ਇੰਨੀਆਂ ਗੱਡੀਆਂ ਹਨ, ਬੰਦੇ ਘੱਟ ਹਨ ਤੇ ਗੱਡੀਆਂ ਜ਼ਿਆਦਾ ਹਨ, ਔਰ ਉਹਨਾਂ ਦੇ ਬਹੁਤ ਲੰਬੇ ਜਾਮ ਹਨ। ਉਹਨਾਂ ਦਾ ਇੰਨਾ ਜ਼ਿਆਦਾ ਸ਼ੋਰ ਪ੍ਰਦੂਸ਼ਣ ਹੈ ਕਿ ਉਸ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਚਿੜਚਿੜਾਹਟ ਹੋ ਗਈ ਹੈ। ਉਹਨਾਂ ਦੇ ਸੁਭਾਅ ਜਿਹੜੇ ਉਹ ਬੜੇ ਗੁੱਸੇ ਵਾਲੇ, ਇਸ ਕਰਕੇ ਰੋਡ ਰੇਜ ਦੀ ਕਈ ਸਾਰੀ ਘਟਨਾਵਾਂ ਵੀ ਸਾਡੇ ਸਾਹਮਣੇ ਆਉਂਦੀਆਂ। ਜੀਵਨ ਦੀ ਗੁਣਵੱਤਾ ਘਟਦੀ ਹੈ, ਕਾਰਜ ਕੁਸ਼ਲਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਮੁੱਖ ਸਰੋਤ ਹਨ ਸਾਡੇ ਸ਼ੋਰ ਪ੍ਰਦੂਸ਼ਣ ਦੇ ਧਰਤੀ ਅਤੇ ਹਵਾ ਵਿੱਚ ਸਭ ਪ੍ਰਕਾਰ ਦੇ ਆਵਾਜਾਈ ਦੇ ਸਾਧਨਾਂ, ਇੰਜਨਾਂ ਅਤੇ ਹਾਰਨਾਂ ਦਾ ਪ੍ਰਯੋਗ, ਉਦਯੋਗਿਕ ਮਸ਼ੀਨਰੀ ਦੁਆਰਾ ਪੈਦਾ ਕੀਤੀ ਗਈ ਆਵਾਜ਼ਾਂ ਦਾ ਸ਼ੋਰ ਆਦਿ। ਇਹ ਸਭ ਸ਼ੋਰ ਪ੍ਰਦੂਸ਼ਣ ਦੇ ਬਹੁਤ ਵੱਡੇ ਕਾਰਨ ਹਨ। ਕਿਸੇ ਹਵਾਈ ਅੱਡੇ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਹਵਾਈ ਜਹਾਜ਼ ਜਦੋਂ ਉਤਰਦਾ ਹੈ ਜਾਂ ਚੜ੍ਹਦਾ ਹੈ ਤਾਂ ਉਸ ਦੇ ਇੰਜਨ ਦਾ ਕਿੰਨਾ ਸ਼ੋਰ ਹੁੰਦਾ ਹੈ ਕਿ ਉਹ ਲੋਕ ਸੋ ਵੀ ਨਹੀਂ ਸਕਦੇ ਹਨ। ਇਸ ਤੋਂ ਅੱਗੇ ਗੱਲ ਕਰੀਏ ਤਾਂ ਪ੍ਰਦੂਸ਼ਣ ਦੀ ਸਮੱਸਿਆ ਦੇ ਨਿਵਾਰਨ ਦੇ ਲਈ ਕੁਝ ਸੁਝਾਅ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਆ ਜਾਂਦਾ ਹੈ ਕਿ ਪ੍ਰਦੂਸ਼ਣ ਦੀ ਸਮੱਸਿਆ ਨੂੰ ਨਜਿੱਠਣ ਲਈ ਕਿਹੜੇ ਸੁਝਾਅ ਜਾਂ ਕਿਹੜੇ ਕੰਮ ਕੀਤੇ ਜਾ ਸਕਦੇ ਹਨ। ਤੇ ਉਹਨਾਂ 'ਚ ਨਿੱਜੀ ਟਰਾਂਸਪੋਰਟ ਦੀ ਥਾਂ ਤੇ ਸਰਵਜਨਕ ਟਰਾਂਸਪੋਰਟ ਅਤੇ ਕਾਰਪੂਲ ਪ੍ਰਣਾਲੀ ਦਾ ਉਪਯੋਗ ਵਾਧਾ ਕਰਨ ਦੇ ਨਾਲ ਵਾਹਨਾਂ ਦਾ ਪ੍ਰਦੂਸ਼ਣ ਦੀ ਜਾਂਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਪ੍ਰਭਾਵੀ ਹੋ ਸਕਦੇ ਹਨ। ਕਾਰਪੂਲ ਸਿਸਟਮ ਕੀਤਾ ਜਾਏ ਜਾਂ ਪਬਲਿਕ ਟਰਾਂਸਪੋਰਟ ਦਾ ਵਰਤੋਂ ਕੀਤੀ ਜਾਏ ਜਾਂ ਵਾਹਨਾਂ ਦੇ ਪ੍ਰਦੂਸ਼ਣ ਦੀ ਜਾਂਚ, ਇਹਦੇ ਨਾਲ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਇਆ ਜਾ ਸਕਦਾ ਹੈ। ਉਦਯੋਗਿਕ ਇਕਾਈਆਂ ਦੁਆਰਾ ਛੱਡੇ ਗਏ ਧੂਏ ਦੇ ਪ੍ਰਬੰਧਨ ਵਿੱਚ ਪ੍ਰਦੂਸ਼ਣ ਨਿਯੰਤਰਣ ਬੋਰਡ ਦੀ ਪ੍ਰਭਾਵੀ ਕਦਮ ਉਦਯੋਗਿਕ ਪ੍ਰਦੂਸ਼ਣ ਦੇ ਵਧੇਰੇ ਪੱਧਰ ਨਿਯੰਤਰਣ ਰੱਖਣ ਵਿੱਚ ਸਹਾਇਤਾ ਕਰ ਸਕਦਾ ਹੈ। ਸਾਡੇ ਰਾਜਾਂ 'ਚ ਪੋਲੂਸ਼ਨ ਕੰਟਰੋਲ ਬੋਰਡ ਬਣੇ ਹਨ ਜੋ ਫੈਕਟਰੀਆਂ ਨੂੰ, ਉਦਯੋਗਿਕ ਇਕਾਈਆਂ ਨੂੰ ਪ੍ਰਦੂਸ਼ਣ ਕਰਨ ਤੋਂ ਰੋਕਦੇ ਹਨ। ਉਹਨਾਂ ਦੇ ਕੁਝ ਮਾਪ ਹਨ, ਪੈਮਾਨੇ ਹਨ, ਜਿਹਦੇ ਵਿੱਚ ਉਹਨਾਂ ਨੂੰ ਸਰਟੀਫਾਈ ਕੀਤਾ ਜਾਂਦਾ ਹੈ ਕਿ ਉਹ ਪ੍ਰਦੂਸ਼ਣ ਨਾ ਫੈਲਾਉਣ, ਭਾਵੇਂ ਉਹ ਹਵਾ ਪ੍ਰਦੂਸ਼ਣ ਹੈ, ਭਾਵੇਂ ਉਹ ਪਾਣੀ ਪ੍ਰਦੂਸ਼ਣ। ਕਚਰੇ ਨੂੰ ਨਿਪਟਾਉਣ ਅਤੇ ਪਹਿਲਾਂ ਉਸ ਦਾ ਉਚਿਤ ਪ੍ਰਬੰਧਨ ਲਈ ਪਾਣੀ ਦੇ ਪ੍ਰਬੰਧਨ ਅਤੇ ਜਲ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। देखो बहुत इंपॉर्टेंट पॉइंट है दोस्तों बच्चा, ਵਧਦੀ ਜਨਸੰਖਿਆ ਵੀ ਜੋ ਹੈ ਉਹ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਵਧਦੀ ਜਨਸੰਖਿਆ, ਬਦਲਦੇ ਭੂਮੀ ਪ੍ਰਯੋਗ ਪ੍ਰਤੀਮਾਨ, ਭੂਮੀ ਦਾ ਨਿਗਾਰ, ਵਨ ਵਿਨਾਸ਼, ਡਿਫੋਰਸਟੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਪੋਲੂਸ਼ਨ ਨੂੰ ਵਧਾ ਰਹੀ ਹੈ। ਤੁਸੀਂ ਜਾਣਦੇ ਹੋ ਕਿ ਵ੍ਰਿਕਸ਼ ਜਿਹੜੇ ਹੈ ਉਹ ਆਕਸੀਜਨ ਛੱਡਦੇ ਹਨ, ਕਾਰਬਨ ਡਾਈਆਕਸਾਈਡ ਸੋਖਦੇ ਹਨ, ਲੇਕਿਨ ਵਨਾਂ ਦੇ ਕਟਾਵ ਕਾਰਨ ਕਾਰਬਨ ਡਾਈਆਕਸਾਈਡ ਜੋ ਹੈ ਉਹ ਨਹੀਂ ਸੋਖ ਪਾਉਂਦੀ ਔਰ ਉਹ ਹਵਾ 'ਚ ਮੌਜੂਦ ਰਹਿੰਦੀ ਹੈ, ਜਿਹਦਾ ਹਵਾ ਪ੍ਰਦੂਸ਼ਣ ਬਹੁਤ ਵੱਧਦਾ ਹੈ। ਤੇ ਕੜੀ ਨਿਗਰਾਨੀ ਜੈਵਿਕ ਵਿਭਿੰਨਤਾ ਦੀ ਹਾਨੀ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਠੋਸ ਕੂੜੇ ਨੂੰ ਘੱਟ ਕਰਨਾ, ਪੁਨਰ ਉਦਯੋਗ ਕਰਨਾ ਅਤੇ ਪੁਨਰ ਚੱਕਰਨ ਜੇ ਉਪਾਅ ਪ੍ਰਯੋਗ ਠੋਸ ਕੂੜੇ ਨੂੰ ਬਿਹਤਰ ਤਰੀਕੇ ਨਾਲ ਪ੍ਰਬੰਧਿਤ ਕਰਨ ਅਤੇ ਬਦਲੇ ਵਿੱਚ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਦੇ ਸਕਦੇ ਹਨ।
ਸੂਰਜੀ ਊਰਜਾ ਅਤੇ ਹਵਾ ਊਰਜਾ ਜੋ ਬਿਜਲੀ ਉਤਪਾਦਿਤ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਭਾਵ ਊਰਜਾ ਦੇ ਪਰੰਪਰਾਗਤ ਸਰੋਤਾਂ ਤੇ ਨਿਰਭਰਤਾ ਨੂੰ ਘੱਟ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਹ ਬਹੁਤ ਇੰਪੋਰਟੈਂਟ ਸਰੋਤ ਹੈ ਬੇਟਾ। ਤੇ ਦੇਖੋ ਬਿਜਲੀ ਜਿਹੜੀ ਹੈ ਅੱਜ ਦੇ ਸਮੇਂ ਦੀ ਬਹੁਤ ਇੰਪੋਰਟੈਂਟ ਜ਼ਰੂਰਤ ਹੈ। ਹਰ ਉਦਯੋਗਾਂ ਦੇ ਲਈ ਬਿਜਲੀ ਦੀ ਜ਼ਰੂਰਤ ਹੈ ਔਰ ਬਿਜਲੀ ਦੇ ਕਨਵੈਂਸ਼ਨਲ ਸੋਰਸ ਅਸੀਂ ਕੋਲੇ ਤੋਂ ਜਾਂ ਹੋਰ ਪਾਣੀ ਤੋਂ ਬਿਜਲੀ ਪੈਦਾ ਕਰਦੇ ਸਨ, ਪਰ ਉਸ ਦੀ ਜਗ੍ਹਾ ਤੇ ਜੇ ਅੱਜ ਸੋਲਰ એનર્ਜੀ ਜਾਂ ਵਿੰਡ એનર્ਜੀ ਜਾਂ ਹੋਰ ਨਿਊਕਲੀਅਰ એનર્ਜੀ ਦਾ ਪ੍ਰਯੋਗ ਕੀਤਾ ਜਾਏ ਤਾਂ ਉਹਦੇ ਨਾਲ ਜੋ ਪੋਲੂਸ਼ਨ ਹੈ ਉਹਨੂੰ ਬਹੁਤ ਘਟਾਇਆ ਜਾ ਸਕਦਾ ਹੈ। ਅੱਗੇ ਗੱਲ ਕਰਦੇ ਹਾਂ ਪ੍ਰਾਕ੍ਰਿਤਿਕ ਸਾਧਨਾਂ ਦਾ ਵਧੇਰੇ ਸ਼ੋਸ਼ਣ। ਇਹ ਗੱਲ ਪਹਿਲੇ ਵੀ ਕੀਤੀ ਹੈ ਕਿ ਜਿਉਂ-ਜਿਉਂ ਜਨਸੰਖਿਆ ਵੱਧਦੀ ਜਾ ਰਹੀ ਹੈ, ਲੋਕਾਂ ਦਾ ਜੀਵਨ ਦਾ ਸਤਰ ਵੱਧਦਾ ਜਾ ਰਿਹਾ ਹੈ, ਤਿਉਂ-ਤਿਉਂ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਉਦਯੋਗ ਜਗਤ ਪ੍ਰਾਕ੍ਰਿਤਿਕ ਸਾਧਨਾਂ ਦਾ ਵਧੇਰੇ ਸ਼ੋਸ਼ਣ ਕਰਦਾ ਹੈ। ਭਾਰਤ ਵਿੱਚ ਵਾਤਾਵਰਣ ਦੀ ਦੂਜੀ ਸਮੱਸਿਆ ਪ੍ਰਾਕ੍ਰਿਤਿਕ ਸਾਧਨਾਂ ਦੇ ਵਧੇਰੇ ਸ਼ੋਸ਼ਣ ਜਾਂ ਸਾਧਨਾਂ ਦੀ ਗਿਰਾਵਟ ਦੀ ਹੈ। ਪ੍ਰਾਕ੍ਰਿਤਿਕ ਸਾਧਨਾਂ ਤੋਂ ਭਾਵ ਖਣਿਜ ਭੂਮੀ ਤੋਂ ਹੀ ਹੈ। ਪ੍ਰਾਕ੍ਰਿਤਿਕ ਸਾਧਨਾਂ ਨੂੰ ਪ੍ਰਾਕ੍ਰਿਤਿਕ ਪੂੰਜੀ ਵੀ ਕਿਹਾ ਜਾਂਦਾ ਹੈ। ਮਨੁੱਖ ਨੂੰ ਆਰਥਿਕ ਵਿਕਾਸ ਕਰਨ ਦੇ ਲਈ ਭੌਤਿਕ ਪੂੰਜੀ ਦੇ ਨਾਲ-ਨਾਲ ਪ੍ਰਾਕ੍ਰਿਤਿਕ ਪੂੰਜੀ ਦੀ ਵੀ ਜ਼ਰੂਰਤ ਹੁੰਦੀ ਹੈ। ਉਤਪਾਦਨ ਵਿੱਚ ਵਾਧਾ ਕਰਨ ਦੇ ਸਿੱਟੇ ਵਜੋਂ ਭੌਤਿਕ ਪੂੰਜੀ ਭਾਵ ਮਸ਼ੀਨਾਂ ਆਦਿ ਜੋ ਘਸਾਵਟ ਹੁੰਦੀ ਹੈ ਉਸ ਨੂੰ ਤਾਂ ਮਨੁੱਖ ਪੂਰਾ ਕਰ ਲੈਂਦਾ ਹੈ। तो प्राकृतिक पूंजी जिवें जंगलां आदि च जो कमी हुंदी है ਜਾਂ कूड़े ਜਾਂ भूमि की जो गिरावट हुंदी है उस ਵੱਲ मनुख का कोई खास ध्यान नहीं हुंदा। डिफॉरेस्टेशन यानी वन विनाश ये साडे प्रदूषण का एक सब तो वड्डा कारण है। ਉਦਯੋਗੀਕਰਨ ਉਸ ਸਮੇਂ ਇੱਕ ਵਰਦਾਨ ਹੈ ਜਦੋਂ ਉਸ ਤੋਂ ਉਪਭੋਗ ਲਈ ਅਨੇਕਾਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ, ਪਰ ਜਿਸ ਦੇ ਨਾਲ ਸਾਡੇ ਜੀਵਨ ਪੱਧਰ ਦਾ ਵਾਧਾ ਹੁੰਦਾ ਹੈ। ਪਰੰਤੂ ਇਹ ਉਸ ਸਮੇਂ ਸ਼ਰਾਪ ਹੈ ਜਦੋਂ ਇਹਨਾਂ ਨਾਲ ਜੰਗਲਾਂ ਦਾ ਵਿਨਾਸ਼ ਹੁੰਦਾ ਹੈ। ਵਨ ਵਿਨਾਸ਼ ਕਈ ਤਰੀਕਾ ਨਾਲ ਹੁੰਦਾ ਹੈ। ਦੇਖੋ ਪਾਪੂਲੇਸ਼ਨ ਦੇ ਵਧਣ ਦੇ ਨਾਲ ਜ਼ਿਆਦਾ ਅੰਨ ਦੀ ਲੋੜ ਹੈ, ਅਨਾਜ ਦੀ ਲੋੜ ਹੈ। ਇਹਨਾਂ ਵਾਸਤੇ ਬਹੁਤ ਸਾਰੇ ਵੱਡੇ ਵੱਡੇ ਖੇਤਾਂ ਦੀ ਲੋੜ ਹੈ। ਉਹ ਖੇਤਾਂ ਦੇ ਕਰਕੇ ਜੰਗਲ ਕੱਟੇ ਜਾ ਰਹੇ ਹਨ, ਚਾਰਾਗਾਹ ਬਣਾਏ ਜਾ ਰਹੇ ਹਨ, ਲੋਕਾਂ ਦੇ ਰਹਿਣ ਲਈ ਘਰ ਬਣਾਏ ਜਾ ਰਹੇ ਹਨ। ਜੰਗਲਾਂ ਦੀ ਗਿਣਤੀ ਧਰਤੀ ਦੇ ਉੱਤੇ ਬਹੁਤ ਲਗਾਤਾਰ ਘਟਦੀ ਜਾ ਰਹੀ ਹੈ। ਜਾਂ ਲੱਕੜੀ ਦੇ ਪ੍ਰਯੋਗ ਵਾਸਤੇ ਹੋਰ ਕਈ ਕੰਮਾਂ ਵਾਸਤੇ ਲੱਕੜੀ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਲੱਕੜੀ ਦੀ ਵੱਧਦੀ ਮੰਗ ਅਤੇ ਉਦਯੋਗਾਂ ਦੁਆਰਾ ਹੋਰਨਾਂ ਵਨ ਉਪਜਾਂ ਨੂੰ ਪ੍ਰਾਪਤ ਕਰਨ ਲਈ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ। ਉਦਯੋਗੀਕਰਨ ਸ਼ਹਿਰੀਕਰਨ ਨੂੰ ਵਧਾਉਂਦਾ ਹੈ ਤੇ ਸ਼ਹਿਰੀਕਰਨ ਜੰਗਲਾਂ ਦੇ ਵਿਨਾਸ਼ ਤੇ ਵੱਧਦਾ ਫੁੱਲਦਾ ਹੈ ਜੋ ਕਿ ਵਿਕਸਿਤ ਹੁੰਦਾ ਹੈ। ਜੰਗਲ ਅਸਤਰਲ ਸ਼ਹਿਰ ਬਣਨੇ ਹਨ ਤੱਕ ਬਣਨੇ ਤਾਂ ਜ਼ਮੀਨ ਤੇ ਹਨ, ਤਾਂ ਜ਼ਮੀਨ ਕਿੱਦਾਂ ਮਿਲੇਗੀ? ਜ਼ਮੀਨ ਜੰਗਲਾਂ ਨੂੰ ਕੱਟ ਕੇ ਯਾਨੀ ਜੰਗਲਾਂ ਦਾ ਵਿਨਾਸ਼ ਕਰਕੇ। ਇਸ ਦੇ ਸਿੱਟੇ ਵਜੋਂ ਸ਼ਹਿਰ ਵਸਾਉਣ ਲਈ ਦਰਖਤਾਂ ਨੂੰ ਕੱਟਣਾ, ਜੰਗਲਾਂ ਨੂੰ ਸਾਫ਼ ਕਰਕੇ ਭੂਮੀ ਦੀ ਪੂਰਤੀ ਕਰਨਾ ਆਦਿ ਆਮ ਗੱਲ ਹਨ। ਵਨ ਵਿਨਾਸ਼ ਦੇ ਤਿੰਨ ਤੱਤ। ਪਹਿਲਾ, ਲੱਕੜੀ ਅਤੇ ਹੋਰ ਵਨ ਪਦਾਰਥਾਂ ਲਈ ਵਧਦੀ ਉਦਯੋਗੀ ਮੰਗ। ਜਨਸੰਖਿਆ ਵਿੱਚ ਵਿਸਫੋਟਕ ਵਾਧੇ ਦੇ ਕਾਰਨ ਲੱਕੜੀ ਦੀ ਵਧੇਰੀ ਮੰਗ ਅਤੇ ਨਦੀ ਘਾਟੀ ਯੋਜਨਾਵਾਂ। ਇਹ ਤਿੰਨ ਬਹੁਤ ਵੱਡੇ ਕਾਰਨ ਹਨ ਜਿਸ ਕਰਕੇ ਸਾਡੇ ਸਮਾਜ ਦੇ ਵਿੱਚ ਜੋ डिफॉरेस्टेशन है, वन विनाश हो रहा है। इस तो अगे गल करते हाँ तो साडे को आंदा है स्टेप टुवर्ड अफॉरेस्टेशन, जंगलीकरण। एक पासे डिफॉरेस्टेशन और दूसरे पासे आ गया अफॉरेस्टेशन। ਇਹ ਵੀ ਇੰਪੋਰਟੈਂਟ ਕੁਐਸਚਨ ਆ ਬੇਟਾ ਪੇਪਰ ਦੇ ਵਿੱਚ। ਜੰਗਲੀਕਰਨ ਦੇ ਕੀ ਸੁਝਾਅ ਹਨ, ਕਿਸ ਤਰੀਕੇ ਅਸੀਂ ਆਪਣੇ এনवायरमेंट ਨੂੰ ਬਚਾ ਸਕਦੇ ਹਾਂ, ਪੇਪਰ 'ਚ ਪੁੱਛਿਆ ਜਾ ਸਕਦਾ ਹੈ। ਖੇਤੀ ਦੇ ਰਾਸ਼ਟਰੀ ਉਦਯੋਗ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਹੋਇਆ ਭਾਰਤ ਸਰਕਾਰ ਨੇ ਜੰਗਲੀਕਰਨ ਲਈ ਕਈ ਕਦਮ ਚੁੱਕੇ ਹਨ। ਸਰਕਾਰ ਦੀ ਰਣਨੀਤੀ ਦੇ ਕੇਂਦਰ ਬਿੰਦੂ ਵਿੱਚ ਸਮਾਜਿਕ ਜੰਗਲੀਕਰਨ ਨੂੰ ਸਵੀਕਾਰ ਕੀਤਾ ਗਿਆ ਹੈ। ਸਮਾਜਿਕ ਜੰਗਲਾਂ ਦੇ ਹੇਠ ਲਿਖੇ ਤਿੰਨ ਘਟਕ। ਪਹਿਲਾ ਹੈ ਖੇਤੀ ਜੰਗਲ। ਖੇਤੀ ਜੰਗਲ ਅਰਥਾਤ ਉਹ ਜੰਗਲ ਜਿਹੜੇ ਕਿਸਾਨਾਂ ਦੁਆਰਾ ਆਪਣੇ ਖੇਤਾਂ ਦੇ ਵਧੇਰੇ ਦਰਖਤ ਲਗਾਏ ਜਾਂਦੇ ਹਨ। ਸਰਕਾਰਾਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਸਤੀਆਂ ਦਰਾਂ ਤੇ ਉਹ ਦਰਖਤਾਂ ਦੇ ਪੌਦਿਆਂ ਨੂੰ ਲੋਕਾਂ ਨੂੰ ਮੁਹੱਈਆ ਕਰਾਵੇ ਔਰ ਉਹਨਾਂ ਨੂੰ ਇਹ ਪੌਦੇ ਆਪਣੇ ਖੇਤਾਂ ਵਿੱਚ ਲਗਾਉਣ 'ਚ ਪ੍ਰੋਤਸਾਹਿਤ ਕਰੇ। ਜਿਵੇਂ ਪਾਪੂਲਰ ਪਲਾਂਟੇਸ਼ਨ ਜਾਂ ਖੇਤਾਂ ਦੇ ਆਲੇ ਦੁਆਲੇ ਵਾੜਾਂ ਦੇ ਉੱਤੇ ਰੁੱਖ ਲਗਾਏ ਜਾਂਦੇ ਹਨ, ਇਹ ਖੇਤੀ ਜੰਗਲਾਂ ਦੀ ਉਦਾਹਰਨ ਹਨ।
ਅਗਲਾ ਹੈ ਸਾਡੇ ਕੋਲ ਸਰਵਜਨਕ ਜੰਗਲ ਸਾਲ, ਯਾਨੀ ਇਹ ਸਰਵਜਨਕ ਜੰਗਲ ਖਾਸ ਕਰਕੇ ਸਰਵਜਨਕ ਜਗ੍ਹਾਵਾਂ ਜਿਵੇਂ ਖੇਤਾਂ ਦੇ ਸੜਕਾਂ ਦੇ ਕੰਢੇ ਦੇ ਉੱਤੇ, ਨਦੀਆਂ ਦੇ ਕਿਨਾਰੇ, ਨਹਿਰਾਂ ਦੇ ਕਿਨਾਰੇ ਜਾਂ ਹੋਰ ਸ਼ਾਮਲਾਟ ਭੂਮੀ ਜਿਹੜੀ ਜੰਗਲਾਤ ਵਿਭਾਗ ਦੀ ਹੈ ਉਸ ਦੇ ਉੱਤੇ ਜੰਗਲ ਲਗਾ ਕੇ, ਰੁੱਖ ਲਗਾ ਕੇ ਕੀਤੇ ਜਾਂਦੇ ਹਨ ਔਰ ਇਸ ਤਰੀਕੇ ਜੰਗਲੀਕਰਨ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ। ਸਮੁਦਾਇਕ ਜੰਗਲ ਸਾਲ ਯਾਨੀ ਕਮਿਊਨਿਟੀ ਵੁੱਡਲੈਂਡ, ਇਹ ਪਿੰਡਾਂ ਵਿੱਚ ਸਾਧਾਰਨ ਜਾਂ ਸਾਥੀ ਭੂਮੀ, ਸ਼ਾਮਲਾਟ ਭੂਮੀ ਜਿਸ ਨੂੰ ਕਿਹਾ ਜਾਂਦਾ ਹੈ, ਪੇਂਡੂ ਖੇਤ ਸਮੁਦਾਇ ਦਰ ਵਧੇਰੇ ਦਰਖਤ ਲਗਾਉਣ ਤੇ ਜ਼ੋਰ ਦਿੱਤਾ ਜਾਂਦਾ ਹੈ। ਭੂਮੀ ਦਾ ਪਤਨ, ਦੇਖੋ ਭੂਮੀ ਦੇ ਪਤਨ ਤੇ ਅਰਥ ਭੂਮੀ ਦੀ ਉਪਜਾਊਪਨ ਜਾਂ ਉਤਪਾਦਕਤਾ ਦੀ ਹਾਨੀ ਤੋਂ ਹੈ, ਜੋ ਹੇਠ ਲਿਖਿਆਂ ਵਿੱਚ ਕਿਸੇ ਵੀ ਤੱਤਾਂ ਦੇ ਕਾਰਨ ਹੋ ਸਕਦੀ ਹੈ। ਜ਼ਮੀਨ ਦਾ ਖਾਰਾਪਨ ਪਾਣੀ ਦਾ ਜਮਾ ਹੋਣ ਕਾਰਨ ਹੁੰਦਾ ਹੈ। ਭੂਮੀ ਦੀ ਉੱਪਰੀ ਤਹਿ ਤੇ ਪਾਣੀ ਵੱਧ ਜਮਾ ਹੋ ਜਾਂਦਾ ਹੈ ਤਾਂ ਮਿੱਟੀ ਦੀ ਪੌਸ਼ਟਿਕ ਤੱਤਵ ਖਤਮ ਹੋ ਜਾਂਦੀ ਹਨ, ਜਿਸ ਨਾਲ ਉਸ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਭੂਮੀ ਦਾ ਕਟਾਓ, ਭੂਮੀ ਸੋਇਲ ਇਰੋਜ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਜੋ ਤੇਜ਼ ਹਵਾਵਾਂ ਜਾਂ ਹੜ੍ਹਾਂ ਦੇ ਕਾਰਨ ਹੁੰਦਾ ਹੈ। ਪਾਣੀ ਦਾ ਜਮਾਓ ਦੇ ਕਾਰਨ ਮਿੱਟੀ ਵਿੱਚ ਖਾਰਾਪਨ ਜਾਂ ਨਮਕੀਨਪਨ ਆ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵਾਤਾਵਰਣ ਤੇ ਆਰਥਿਕ ਵਿਕਾਸ ਦੇ ਪ੍ਰਭਾਵ ਜਿਨ੍ਹਾਂ ਦਾ ਅਸੀਂ ਗੱਲ ਕਰ ਰਹੇ ਸੀਗੇ। ਵਾਤਾਵਰਣ ਨਿਗਾਰ ਪਤਨ ਤੋਂ ਭਾਵ ਉਦਯੋਗਾਂ, ਖੇਤੀ, ਪਰਿਵਾਰਾਂ, ਵਾਹਨਾਂ ਅਤੇ ਹੋਰ ਵਿਅਕਤੀਆਂ ਦੁਆਰਾ ਕੀਤੀ ਜਾਣ ਵਾਲੀ ਉਹਨਾਂ ਕਿਰਿਆਵਾਂ ਤੋਂ ਹੈ ਜਿਨ੍ਹਾਂ ਦੁਆਰਾ ਹਵਾ, ਜਲ ਅਤੇ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ। ਯਾਨੀ ਸਾਡਾ ਵਾਤਾਵਰਣ ਜਿਹੜਾ ਹੈ ਉਹ ਖਰਾਬ ਹੋ ਰਿਹਾ ਹੈ ਇਹਨਾਂ ਚੀਜ਼ਾਂ ਕਰਕੇ। ਇਹਨਾਂ ਦਾ ਜ਼ਿਕਰ ਅਸੀਂ ਪਹਿਲੇ ਵੀ ਕੀਤਾ ਹੈ, ਕਿਹੜੀਆਂ? ਖੇਤੀ, ਪਰਿਵਾਰਾਂ, ਵਾਹਨਾਂ ਅਤੇ ਉਦਯੋਗਾਂ ਦਾ ਪੋਲੂਸ਼ਨ ਫੈਲਾਉਣ ਦੇ ਕਾਰਨ। ਡਾਕਟਰ ਆਰ ਕੇ ਪਚੌਰੀ ਦੇ ਅਨੁਸਾਰ ਵਾਤਾਵਰਣ ਪਤਨ ਨੂੰ ਆਮ ਤੌਰ ਤੇ ਦੋ ਹਿੱਸਿਆਂ ਵਿੱਚ ਰੱਖਿਆ ਜਾਂਦਾ ਹੈ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨਾਲ ਲੋਕਾਂ ਦੀ ਸਿਹਤ ਤੇ ਹਾਨੀਕਾਰਕ ਪ੍ਰਭਾਵ ਅਤੇ ਜਲ ਪੂਰਤੀ ਦੀ ਲਾਗਤ ਵਧਣ, ਭੂਮੀ ਦੇ ਘਟਾਓ, ਜੰਗਲ ਦੇ ਵਿਨਾਸ਼ ਕਾਰਨ ਉਤਪਾਦਕਤਾ ਤੇ ਪੈਣ ਵਾਲੇ ਹਾਨੀਕਾਰਕ ਪ੍ਰਭਾਵ। ਦੇਖੋ ਤੇ ਦੋ ਚੀਜ਼ਾਂ 'ਚ ਵੰਡਿਆ ਗਿਆ, ਹਵਾ ਪਾਣੀ ਦਾ ਪ੍ਰਦੂਸ਼ਣ ਅਤੇ ਲੋਕਾਂ ਦੇ ਸਿਹਤ ਤੇ ਹਾਨੀਕਾਰਕ ਪ੍ਰਭਾਵ, ਔਰ ਜਲ ਪੂਰਤੀ ਦੀ ਲਾਗਤ ਵਧਣ, ਭੂਮੀ ਦੇ ਘਟਾਓ ਅਤੇ ਜੰਗਲ ਦੇ ਵਿਨਾਸ਼ ਕਾਰਨ ਉਤਪਾਦਕਤਾ ਤੇ ਪੈਣ ਵਾਲੇ ਹਾਨੀਕਾਰਕ ਪ੍ਰਭਾਵ। ਇਹਨਾਂ ਦਾ ਜ਼ਿਕਰ ਅਸੀਂ ਕਰਾਂਗੇ। ਅੱਗੇ ਗੱਲ ਕਰੀਏ ਹੁਣ ਕਾਰਨਾਂ ਦੇ ਦੇਖੀਏ ਤੇ ਜਨਸੰਖਿਆ ਵਿਸਫੋਟ। ਵਾਤਾਵਰਣ ਨਿਗਾਰ ਦਾ ਇੱਕ ਮੁੱਖ ਕਾਰਨ ਜਨਸੰਖਿਆ ਵਿਸਫੋਟ ਹੈ। ਦੇਖੋ ਜਿਉਂ-ਜਿਉਂ ਜਨਸੰਖਿਆ ਵੱਧਦੀ ਹੈ ਉਹਦੇ ਨਾਲ ਧਰਤੀ ਤੇ ਭਾਰ ਵੱਧਦਾ ਹੈ। ਜਨਸੰਖਿਆ ਦੀ ਜ਼ਰੂਰਤਾਂ ਪੂਰੀ ਕਰਨ ਲਈ ਵੱਧ ਅਨਾਜ ਦੀ ਜ਼ਰੂਰਤ ਹੈ, ਉਹਨਾਂ ਦੇ ਘਰ ਵਾਸਤੇ ਰਹਿਣ ਵਾਸਤੇ ਘਰਾਂ ਦੀ ਜ਼ਰੂਰਤ ਹੈ, ਉਹਨਾਂ ਦੇ ਵਾਸਤੇ ਹੋਰ ਰਿਸੋਰਸਿਸ ਚੀਜ਼ਾਂ ਦੀ ਜ਼ਰੂਰਤ ਹੈ। ਇਸ ਕਰਕੇ ਉਸ ਵਾਤਾਵਰਣ ਨੂੰ ਜ਼ਿਆਦਾ ਓਵਰ ਐਕਸਪਲੋਇਟ ਕੀਤਾ ਜਾਂਦਾ ਹੈ, ਓਵਰ ਯੂਟਿਲਾਈਜ਼ ਕੀਤਾ ਜਾਂਦਾ ਹੈ। ਵਾਤਾਵਰਣ ਨਿਗਾਰ ਦਾ ਇੱਕ ਮੁੱਖ ਕਾਰਨ ਭਾਰਤ ਵਿੱਚ ਜਨਸੰਖਿਆ ਵਿਸਫੋਟ ਹੈ। ਇਸ ਦੇ ਕਾਰਨ ਭੂਮੀ ਤੇ ਜਨਸੰਖਿਆ ਦਾ ਦਬਾਅ ਬਹੁਤ ਵੱਧ ਗਿਆ ਹੈ ਅਤੇ ਭੂਮੀ ਦਾ ਵਧੇਰੇ ਸ਼ੋਸ਼ਣ ਹੋਣ ਲੱਗਿਆ ਹੈ। ਜਨਸੰਖਿਆ ਵਿਸਫੋਟ ਦੇ ਕਾਰਨ ਜੰਗਲਾਂ ਦੇ ਅਧੀਨ ਭੂਮੀ ਤੇ ਜੰਗਲਾਂ ਨੂੰ ਵਧੇਰੇ ਕੱਟਿਆ ਗਿਆ ਹੈ, ਕਿਉਂਕਿ ਭੂਮੀ ਦਾ ਪ੍ਰਯੋਗ ਖੇਤੀ, ਭੂਮੀ ਨਿਰਮਾਣ ਸੰਬੰਧੀ ਯੋਜਨਾਵਾਂ ਉਦਯੋਗਾਂ ਲਈ ਕੀਤਾ ਜਾਣਾ ਹੈ। ਦੂਸਰਾ, ਆਮ ਲੋਕਾਂ ਦੀ ਗਰੀਬੀ। ਭਾਰਤ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਸੰਖਿਆ ਕਾਫੀ ਵੱਧ ਹੈ। ਇਹ ਲੋਕ ਆਪਣੇ ਜੀਵਨ ਨਿਰਵਾਹ ਲਈ ਜੰਗਲਾਂ ਨੂੰ ਕੱਟਦੇ ਹਨ ਤੇ ਅਨੇਕ ਪ੍ਰਕਾਰ ਦੀ ਪ੍ਰਾਕਿਰਤਿਕ ਪੂੰਜੀ ਦਾ ਵਿਨਾਸ਼ ਕਰਦੇ ਹਨ। ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ, ਜੰਗਲ ਜਿਹੜੇ ਹਨ ਉਹ ਆਦੀਵਾਸੀਆਂ ਜਾਂ ਦੂਸਰੇ ਲੋਕਾਂ ਦੇ ਦੁਆਰਾ ਆਪਣੀ ਰੋਟੀ ਬਣਾਉਣ ਦੇ ਲਈ ਜਾਂ ਹੋਰ ਜ਼ਰੂਰਤਾਂ ਪੂਰੀ ਕਰਨ ਦੇ ਲਈ ਜੰਗਲ ਦੀ ਕਟਾਈ ਕਰਕੇ ਖਤਮ ਹੋ ਰਹੇ ਹਨ। ਵੱਧਦਾ ਹੋਇਆ ਸ਼ਹਿਰੀਕਰਨ। ਆਜ਼ਾਦੀ ਦੇ ਪਿੱਛੇ ਸ਼ਹਿਰੀਕਰਨ ਦੀ ਪ੍ਰਵਿਰਤੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੇ ਕਾਰਨ ਮਕਾਨਾਂ ਅਤੇ ਹੋਰ ਸਰਵਜਨਕ ਸਹੂਲਤਾਂ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੀ ਵਧਦੀ ਹੋਈ ਮੰਗ ਨੂੰ ਪੂਰਨ ਕਰਨ ਲਈ ਭੂਮੀ ਅਤੇ ਹੋਰ ਪ੍ਰਾਕਿਰਤਿਕ ਸਾਧਨਾਂ ਦਾ ਵਧੇਰੇ ਸ਼ੋਸ਼ਣ ਕੀਤਾ ਗਿਆ ਹੈ। ਰਸਾਇਣਿਕ ਦਵਾਈਆਂ ਅਤੇ ਖਾਦਾਂ ਦਾ ਵਧੇਰੇ ਉਪਯੋਗ। ਖੇਤੀ ਦੇ ਆਧੁਨਿਕੀਕਰਨ ਕਾਰਨ ਰਸਾਇਣਿਕ ਖਾਦਾਂ, ਕੀੜੇਮਾਰ ਦਵਾਈਆਂ ਆਦਿ ਦਾ ਪ੍ਰਯੋਗ ਬਹੁਤ ਵੱਧ ਗਿਆ ਹੈ। ਇਸ ਦੇ ਨਤੀਜੇ ਵਜੋਂ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ। ਇੱਕ ਸਰਵੇਖਣ 'ਚ ਸਾਹਮਣੇ ਆਇਆ ਹੈ ਕਿ ਜੋ ਦਵਾਈਆਂ
ਛਿੜਕਾਇਆ ਕੀਤੀਆਂ ਜਾਂਦੀਆਂ ਹਨ ਉਹਨਾਂ ਦਾ ਅਸਰ ਬਹੁਤ ਗਹਿਰੇ ਤੱਕ ਸਬਜ਼ੀ 'ਚ ਹੁੰਦਾ ਹੈ। ਈਵਨ ਕਿ ਸਬਜ਼ੀਆਂ ਨੂੰ ਧੋਣ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਸਾਫ਼ ਕਰਨ ਦੇ ਬਾਵਜੂਦ ਵੀ ਉਹ ਦਵਾਈਆਂ ਦਾ ਅਸਰ ਨਹੀਂ ਘਟਦਾ ਔਰ ਜਦੋਂ ਅਸੀਂ ਖਾਂਦੇ ਹਾਂ ਤੇ ਉਹ ਕੀਟਨਾਸ਼ਕ ਜਾਂ ਰਸਾਇਣਕ ਖਾਦਾਂ ਦੇ ਤੱਤ ਸਾਡੇ ਸਰੀਰ ਦੇ ਅੰਦਰ ਵੀ ਚਲੇ ਜਾਂਦੇ ਹਨ। ਜਦੋਂ ਜਾਨਵਰ ਚਾਰੇ ਨੂੰ ਖਾਂਦੇ ਹਨ ਤੇ ਉਹ ਚਾਰੇ ਦੇ ਵਿੱਚ ਲੱਗੀ ਹੋਈ ਦਵਾਈਆਂ ਜਿਹੜੀਆਂ ਨੇ ਉਹ ਉਹਨਾਂ ਦੇ ਸਰੀਰ 'ਚ ਚਲੇ ਜਾਂਦੀਆਂ ਹਨ, ਦੁੱਧ ਦੇ ਰੂਪ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਆਉਂਦੀਆਂ ਹਨ। ਤੇਜ਼ ਉਦਯੋਗੀਕਰਨ ਤੇਜ਼ੀ ਨਾਲ ਉਦਯੋਗੀਕਰਨ ਕਾਰਨ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ 'ਚ ਵਾਧਾ ਹੋਇਆ ਹੈ। ਉਦਯੋਗਿਕ ਧੂਆਂ ਵਿਸ਼ੇਸ਼ ਕਰਕੇ ਬਹੁਤ ਮਾੜਾ ਹੈ ਜਿਸ ਨਾਲ ਕਈ ਪ੍ਰਕਾਰ ਦੇ ਸਾਹ ਸੰਬੰਧੀ ਰੋਗ ਵੀ ਜਿਹੜੇ ਹੋ ਰਹੇ ਹਨ। ਵੱਡੀ ਵੱਡੀ ਫੈਕਟਰੀਆਂ ਕੋਲ ਰਹਿਣ ਵਾਲੇ ਜਿਨ ਬਹੁਤ ਸਾਰਾ ਪ੍ਰਦੂਸ਼ਿਤ ਹੁੰਦਾ ਹੈ, ਲੋਕਾਂ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਜਾਈ ਸਾਧਨਾਂ ਦੀ ਬਹੁਤਾਤ ਕਾਰਨ ਵੀ ਪ੍ਰਦੂਸ਼ਣ 'ਚ ਬਹੁਤ ਵਾਧਾ ਹੋਇਆ ਹੈ। ਲੋਕਾਂ ਦੀ ਨਾਗਰਿਕ ਮਾਨਦੰਡਾਂ ਦੀ ਅਣਦੇਖੀ ਵੀ ਪ੍ਰਦੂਸ਼ਣ ਵਧਾਉਣ ਵਿੱਚ ਮੁੱਖ ਕਾਰਨ ਰਹੀ ਹੈ। ਜਦੋਂ ਤੱਕ ਇਸ ਨੂੰ ਨਹੀਂ ਰੋਕਿਆ ਜਾਂਦਾ ਧਰਤੀ ਦੇ ਜੀਵਨ ਦੀ ਹੋਂਦ ਲਈ ਇਸ ਦੇ ਪ੍ਰਭਾਵ ਬਹੁਤ ਮਾੜੇ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਹਿਸਾਬ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਉਸ ਹਿਸਾਬ ਨਾਲ ਹਸਪਤਾਲਾਂ ਔਰ ਬਿਮਾਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ। ਨਾਗਰਿਕ ਮਾਨਦੰਡਾਂ ਦਾ ਤਿਆਗ ਭਾਰਤ ਵਿੱਚ ਆਮ ਜਨਤਾ ਨਾਗਰਿਕ ਮਾਨਦੰਡਾਂ ਦੀ ਕਦਰ ਘੱਟ ਕਰਦੀ ਹੈ। ਸਫਾਈ ਵੱਲ ਧਿਆਨ ਨਹੀਂ ਦੇਣਾ, ਲਾਊਡ ਸਪੀਕਰ ਦਾ ਵਧੇਰੇ ਪ੍ਰਯੋਗ ਕਰਨਾ ਆਮ ਸਮੱਸਿਆਵਾਂ ਹਨ। ਇਸ ਦਾ ਸਪਸ਼ਟ ਪ੍ਰਭਾਵ ਵਾਤਾਵਰਣ ਦਾ ਪ੍ਰਦੂਸ਼ਣ ਹੈ। ਸੰਖੇਪ ਵਿੱਚ ਉਦਯੋਗੀਕਰਨ ਅਤੇ ਸ਼ਹਿਰੀਕਰਨ ਕਾਰਨ ਪ੍ਰਦੂਸ਼ਣ ਪੈਦਾ ਹੋਇਆ ਹੈ ਜਾਂ ਵਾਤਾਵਰਣ ਦਾ ਪਤਨ ਹੋਇਆ ਹੈ। ਇਹ ਸਾਰੇ ਕਾਰਨ ਹਨ ਜੋ ਕਿ ਵਾਤਾਵਰਣ ਦੇ ਪ੍ਰਦੂਸ਼ਣ ਦੇ ਮੁੱਖ ਕਾਰਕ ਹਨ ਜਿਨ੍ਹਾਂ ਕਰਕੇ ਸਾਡਾ ਵਾਤਾਵਰਣ ਜਾਂ ਆਲਾ ਦੁਆਲਾ ਭਾਵੇਂ ਜਲ ਪ੍ਰਦੂਸ਼ਣ ਹੈ ਭਾਵੇਂ ਹਵਾ ਪ੍ਰਦੂਸ਼ਣ ਹੈ ਸਾਰੇ ਹੀ ਜਿਹੜੇ ਨੇ ਉਹ ਪ੍ਰਦੂਸ਼ਿਤ ਹੋਏ ਹਨ। ਇਹ ਸਾਰੇ ਪ੍ਰਦੂਸ਼ਣ ਸਾਡੇ ਸਾਹਮਣੇ ਆ ਰਹੇ ਹਨ। ਅੱਗੇ ਗੱਲ ਕਰੀਏ ਕਿ ਅਸੀਂ ਵਾਤਾਵਰਣ ਨੂੰ ਸੰਰਖਣ ਕਿਵੇਂ ਕਰ ਸਕਦੇ ਹਾਂ। ਇਹ ਇੱਕ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਆ ਜਾਂਦਾ ਹੈ। 6 ਨੰਬਰ ਦਾ ਮਾਰਕ ਕੁਐਸਚਨ ਵੀ ਹੈ ਕਿ ਵਾਤਾਵਰਣ ਸੰਰਖਣ ਕਿਵੇਂ ਕੀਤਾ ਜਾ ਸਕਦਾ ਹੈ, ਕਿਹੜੇ ਕਿਹੜੇ ਉਪਾਅ ਹਨ ਵਾਤਾਵਰਣ ਨੂੰ ਸੰਰਖਿਤ ਕਰਨ ਦੇ। ਤਾਂ ਉਸ ਨੂੰ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਉਪਾਅ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ ਉਹ ਹੈ ਸਮਾਜਿਕ ਜਾਗਰਤੀ, ਲੋਕਾਂ 'ਚ ਅਵੇਅਰਨੈਸ ਫੈਲਾਉਣਾ, ਜਨਤਾ ਨੂੰ ਪ੍ਰਦੂਸ਼ਣ ਤੋਂ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਜਾਣਕਾਰੀ ਦੇਣਾ। ਹਰ ਵਿਅਕਤੀ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਤੇ ਪ੍ਰਦੂਸ਼ਣ ਘੱਟ ਕਰਨ ਦਾ ਯਤਨ ਕਰਨ। ਜਨਸੰਖਿਆ ਨੂੰ ਨਿਯੰਤਰਣ ਕਰਨ ਵਾਸਤੇ ਹੋਣਾ ਚਾਹੀਦਾ ਹੈ। ਸਾਡੀ ਦੇਸ਼ ਦੀ ਜਨਸੰਖਿਆ ਜੋ ਕਿਸੇ ਟਾਈਮ ਤੇ ਦੂਸਰੇ ਨੰਬਰ ਤੇ ਵਿਸ਼ਵ 'ਚ ਸੀ, ਅੱਜ ਅਸੀਂ ਚਾਈਨਾ ਨੂੰ ਪਛਾੜ ਕੇ ਪਹਿਲੇ ਨੰਬਰ ਵੱਲ ਵੱਧ ਰਹੇ ਹਾਂ। ਸਾਡੀ ਅੱਜ ਜਨਸੰਖਿਆ 145 ਕਰੋੜ ਦੇ ਕਰੀਬ ਹੋ ਗਈ ਹੈ ਜੋ ਕਿ ਬਹੁਤ ਵੱਡਾ ਵਾਤਾਵਰਣ ਸੁਰੱਖਿਆ 'ਚ ਰੁਕਾਵਟ ਹੈ। ਵਾਤਾਵਰਣ ਸੰਰਖਣ ਕਾਨੂੰਨ ਦੀ ਸਖਤੀ ਨਾਲ ਪਾਲਣਾ। ਭਾਰਤ ਵਿੱਚ ਕਾਨੂੰਨ ਤਾਂ ਬਣਾਏ ਜਾਂਦੇ ਹਨ ਪਰ ਉਹਨਾਂ ਦੀ ਪਾਲਣਾ ਉਹਨਾਂ ਸਖਤੀ ਨਾਲ ਨਹੀਂ ਕੀਤੀ ਜਾਂਦੀ। ਸੋ ਇਸ ਕਾਨੂੰਨ ਦਾ ਉਦੇਸ਼ ਵਾਤਾਵਰਣ ਦੀ ਗੁਣਵੱਤਾ ਵਿੱਚ ਕਮੀ ਨਹੀਂ ਹੋਣਾ ਦੇਣਾ ਹੈ। ਇਸ ਕਾਨੂੰਨ ਨੂੰ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜੰਗਲਾਤੀਕਰਨ ਮੁਹਿੰਮ ਦੇਸ਼ ਵਿੱਚ ਵੱਧ ਤੋਂ ਵੱਧ ਵਾਤਾਵਰਣ ਸੰਰਖਣ ਦੇ ਲਈ ਜੰਗਲ ਜਿਹੜੇ ਹਨ ਦਰਖਤ ਲਗਾਏ ਜਾਣੇ ਚਾਹੀਦੇ ਹਨ। ਉਦਯੋਗਿਕ ਅਤੇ ਖੇਤੀ ਪ੍ਰਦੂਸ਼ਣਾਂ ਤੇ ਨਿਯੰਤਰਣ। ਵਾਤਾਵਰਣ ਸੰਰਖਣ ਲਈ ਜ਼ਰੂਰੀ ਹੈ ਕਿ ਉਦਯੋਗਿਕ ਵਿਕਾਸ ਦੇ ਸਿੱਟੇ ਵਜੋਂ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਹੁੰਦਾ ਹੈ ਨਿਯੰਤਰਣ ਕੀਤਾ ਜਾਵੇ। ਖੇਤੀ ਪ੍ਰਦੂਸ਼ਣ ਤੋਂ ਬਚਣ ਦੇ ਲਈ ਕੀੜੇਮਾਰ ਦਵਾਈਆਂ ਤੇ ਰਸਾਇਣਿਕ ਖਾਦਾਂ ਦਾ ਘੱਟ ਤੋਂ ਘੱਟ ਪ੍ਰਯੋਗ ਹੋਣਾ ਚਾਹੀਦਾ ਹੈ। ਪਾਣੀ ਦਾ ਪ੍ਰਬੰਧਨ। ਭਾਰਤ ਵਿੱਚ ਪਾਣੀ ਦਾ ਸੰਰਖਣ ਲਈ ਜ਼ਰੂਰੀ ਹੈ ਕਿ ਨਦੀਆਂ ਦੇ ਜਲ ਨੂੰ ਸਾਫ਼ ਸੁਥਰਾ ਬਣਾਇਆ ਜਾਵੇ। ਠੋਸ ਕੂੜਾ ਕਰਕਟ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨੂੰ ਨਿਯੋਜਿਤ ਢੰਗ ਨਾਲ ਸੰਭਾਲ ਕੀਤੀ ਜਾਏ। ਰਸਾਇਣਿਕ ਉਪਚਾਰ ਕੀਤਾ ਜਾਵੇ। ਆਵਾਸ ਵਿਵਸਥਾ ਚ ਸੁਧਾਰ। ਲੋਕਾਂ ਦੇ ਰਹਿਣ ਦੀ ਵਿਵਸਥਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਗੰਦੀਆਂ ਬਸਤੀਆਂ ਦੇ ਸਥਾਨ ਤੇ ਸਾਫ਼ ਬਸਤੀਆਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ। ਸੰਖੇਪ ਵਿੱਚ ਆਰਥਿਕ ਵਿਕਾਸ ਅਤੇ ਵਾਤਾਵਰਣ ਸੰਰਖਣ ਇੱਕ ਦੂਜੇ ਤੇ ਪੂਰਕ ਬਣਾਏ ਜਾਣੇ ਚਾਹੀਦੇ ਹਨ। ਸਾਫ਼ ਸੁਥਰੇ ਜੀਵਨ ਲਈ ਸਾਫ਼ ਸੁਥਰਾ ਵਾਤਾਵਰਣ ਅਤਿਅੰਤ ਜ਼ਰੂਰੀ ਹੈ। ਇਹ ਗੱਲ ਕਰੀਏ ਗਲੋਬਲ ਵਾਰਮਿੰਗ, ਇਹਦੀ ਜ਼ਿਕਰ ਪਿੱਛੇ ਵੀ ਕੀਤਾ ਹੈ। ਇਹ ਬਹੁਤ ਵੱਡਾ ਮੁੱਦਾ ਹੈ। ਗ੍ਰੀਨ ਹਾਊਸ ਗੈਸਾਂ ਵਿਸ਼ੇਸ਼ ਰੂਪ ਕਾਰਬਨ ਡਾਈਆਕਸਾਈਡ ਦੇ ਨਿਕਲਣ ਨਾਲ ਧਰਤੀ ਦੀ ਸਿਹਤ ਤੇਜ਼ੀ ਨਾਲ ਗਰਮ ਹੋ ਰਹੀ ਹੈ। ਪਿਛਲੇ ਸਦੀ ਧਰਤੀ ਦਾ ਤਾਪਮਾਨ 0.6% ਵਧਿਆ ਜਿਸ ਕਰਕੇ ਸਮੁੰਦਰ 'ਚ ਪਾਣੀ ਦਾ ਜੋ ਪੱਧਰ ਹੈ ਉਹ ਉੱਚਾ ਹੋ ਰਿਹਾ ਹੈ ਔਰ ਸਮੁੰਦਰ ਦੇ ਨਾਲ ਵਸਦੇ ਕਈ ਜਿਹੜੇ ਦੇਸ਼ ਨੇ ਉਹ ਡੁੱਬ ਰਹੇ ਹਨ। ਇਸ ਵਿੱਚ ਸਮੁੱਚੀ ਮਨੁੱਖਤਾ ਨੂੰ ਇਹ ਖਤਰਾ ਹੈ, ਇਸ ਲਈ ਵੀ ਕੰਮ ਕਰਨਾ ਚਾਹੀਦਾ ਹੈ।
ਬੇਟਾ ਅੱਜ ਧਾਰਨੀ ਵਿਕਾਸ ਦੇ ਭਾਗ ਦੂਸਰੇ ਨੂੰ ਤੁਸੀਂ ਦੇਖ ਸਮਝਿਆ ਹੋਵੇਗਾ ਕਿ ਕਿਸ ਤਰੀਕੇ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਧਵਨੀ ਪ੍ਰਦੂਸ਼ਣ ਸਾਡੇ ਸਮਾਜ ਦੇ এনवायरमेंट ਨੂੰ, ਦੇਸ਼ ਨੂੰ, ਦੁਨੀਆ 'ਚ ਖਤਰਾ ਬਣ ਰਿਹਾ ਹੈ ਔਰ ਸਾਰੇ ਵਾਤਾਵਰਣ ਨੂੰ ਖਰਾਬ ਕਰ ਰਿਹਾ ਹੈ ਔਰ ਇਸ ਨੂੰ ਕਿਸ ਤਰੀਕੇ ਅਸੀਂ ਠੀਕ ਕਰ ਸਕਦੇ ਹਾਂ। ਧੰਨਵਾਦ ਬੇਟਾ, ਥੈਂਕ ਯੂ।